वाहिगुरु जी का खालसा वाहिगुरु जी की फतेह। एक ओंकार सतनाम करता पुरख निरभौ निर्वैर अकाल मूरत अजूनी सैभं गुर प्रसाद बेशुमार अथाह अगणत अतुल्य ज्यों बुलावो त्यों नानक दास बोले। गुरु सवारे खालसा जी। वाहिगुरु जी का खालसा वाहिगुरु जी की फतेह। सेवक की ओढ़क निभही प्रीत जीवत साहिब सेवियो अपना चलते राखियो चीत। इस करनी नूं कमाउण वाले जथेदार बाबा हरबंस सिंह जी जिन्हां नूं पंथ ने पंथ रतन का सन्मान दिता, अज पिछले सालों की तरह उस महान गुरु दे सेवक की मिठी याद, उन्हां दी सिमरती, उन्हां दे निमित्त अज दा विशेष गुरमत समागम जिथे बाबा जी की कर्म भूमि रही है, गुरुद्वारा बंगला साहब, इथे ही बाबा जी ने कार सेवा का डेरा स्थापित करके इस अस्थान नूं केंद्र बनाया। तो फिर पूरे भारत दे विच, पूरे हिंदुस्तान दे विच, पूरे इंडिया दे विच गुरु दे इन्हां बचनां नूं कमाया कि जिथे जाए बहे मेरा सतगुरु सो थान सुहावा राम राजे गुर सिखी सो थान भालिया लै धूर मुख लावा। उन्हां थावां नूं लभ्या, उथों दी मिट्टी अपने मत्थे नूं मस्तक नूं लाई, और सब तो वड्डी गल बड़ियां सारियां गल्लां मन करदा है कि जदों अज दा दिन आवे ते ओ कीतियां जाण। मैं इस गल दे विरोध विच नहीं आ कि सेवावां दे वास्ते विदेश क्यों जाना है, पर मैं उस भरोसे का सन्मान करना चाहना जिहड़ा बाबा जी हमेशा कहते सी, क्योंकि इस तो पहला बाबा जी भेवे रहे
ਉਹ ਸਾਰਾ ਹੀ ਇਹ ਜਿਹੜਾ ਇਲਾਕਾ ਉਹ NRI ਹੈ। ਅੱਜ ਵੀ ਬਾਬਾ ਮਹਿੰਦਰ ਸਿੰਘ ਜੀ ਪਿੱਛੇ ਬੈਠੇ ਨੇ। ਇਹਨਾਂ ਤੋਂ ਪਹਿਲੇ ਬਾਬਾ ਜਗੀਰ ਸਿੰਘ ਜੀ ਦੀ ਅੱਜ ਵੀ ਬਰਸੀ ਨਿਊਯਾਰਕ ਦੇ ਵਿੱਚ ਗੁਰਦੁਆਰਾ ਬਾਬਾ ਮੱਖਣ ਸ਼ਾਹ ਲਬਾਣੇ ਵਿੱਚ ਮਨਾਈ ਜਾਂਦੀ ਹੈ। ਜਾਂ ਇਉਂ ਕਹਿ ਲਈਏ ਵੀ NRIਆਂ ਦਾ ਸਾਧੂ ਹੈ ਤੇ ਕੋਈ ਅਤਕਥਨੀ ਨਹੀਂ ਹੈ। ਪਰ ਸਾਰੇ ਕਹਿੰਦੇ ਸੀ ਬਾਬਾ ਜੀ ਆਓ, ਪਰ ਉਹਨਾਂ ਦੇ ਮੈਨੂੰ ਅੱਜ ਵੀ ਕੰਨ ਵਿੱਚ ਬਚਨ ਯਾਦ ਨੇ, ਜਿਹੜੇ ਸੁਣੇ ਨੇ। ਉਹ ਕਹਿੰਦੇ ਸੀ ਉਹਾਂ ਤਉ ਜਾਈਏ ਜੋ ਇਹਾਂ ਨਾ ਹੋਏ। ਐਡਾ ਭਰੋਸਾ। ਕਹਿੰਦੇ ਸੀ ਇੱਥੇ ਕਿਸ ਗੱਲ ਦੀ ਕਮੀ ਹੈ। ਏਡੇ ਵਿਸ਼ਵਾਸ ਵਿੱਚ, ਏਡੇ ਸਿਦਕ ਵਿੱਚ, ਔਰ ਇਸ ਕਦਰ ਆਪਣੇ ਗੁਰੂ ਨੂੰ ਸਮਰਪਿਤ। ਇੱਕ ਸਚਿਆਰ ਜੀਵਨ ਜਿਉਣ ਵਾਲੀ ਉਸ ਪਵਿੱਤਰ ਆਤਮਾ ਨੂੰ ਅੱਜ ਆਪਾਂ ਇੱਥੇ ਯਾਦ ਕਰ ਰਹੇ ਹਾਂ। ਉਹਨਾਂ ਦੀਆਂ ਸੇਵਾਵਾਂ ਦਾ ਸਨਮਾਨ ਸਤਿਕਾਰ। ਦੇਖੋ, ਮੈਂ ਇੱਕ ਬੇਨਤੀ ਕਰਾਂ, ਇੱਕ ਸਾਡੇ 'ਚ ਨਾ ਸ਼ਬਦ ਬਾਹਰੋਂ ਆ ਗਿਆ, ਉਹ ਹੈ ਸ਼ਰਧਾਂਜਲੀ। ਇਹ ਸਾਡਾ ਸ਼ਬਦ ਹੀ ਨਹੀਂ ਹੈ। ਸ਼ਰਧਾ ਦੇ ਫੁੱਲ ਭੇਟ ਕਰਨੇ ਸਾਡੀ ਜਿਹੜੀ ਮਰਿਆਦਾ ਹੈ, ਸਾਡੀ ਜਿਹੜੀ ਪਰੰਪਰਾ ਹੈ, ਉਹਦੇ ਵਿੱਚ ਸ਼ਬਦ ਹੈ ਕਿ ਬਾਬਾ ਜੀ ਦੀਆਂ ਸੇਵਾਵਾਂ ਦੇ ਪ੍ਰਤੀ ਸ਼ਰਧਾ ਤੇ ਸਤਿਕਾਰ ਭੇਟਾ ਕਰਨਾ। ਉਹਨਾਂ ਦੇ ਪ੍ਰਤੀ ਆਪਣੇ ਮਨ ਦੀ ਸ਼ਰਧਾ, ਉਹਨਾਂ ਦੇ ਪ੍ਰਤੀ ਆਪਣੇ ਮਨ ਦਾ ਸਤਿਕਾਰ ਜਿਹੜਾ ਹੈ, ਉਹ ਤੁਹਾਡੇ ਸ਼ਬਦਾਂ ਦੇ ਵਿੱਚ ਹੋਣਾ ਚਾਹੀਦਾ ਹੈ। ਪਰ ਉਹ ਸ਼ਬਦ ਇੰਨਾ ਜ਼ਿਆਦਾ ਅਸੀਂ ਚੁੱਕ ਲਿਆ ਵੀ ਰਾਗੀ ਸਿੰਘ ਜਿਹੜੇ ਨੇ ਉਹ ਵੀ ਕਹੀ ਜਾਂਦੇ ਨੇ ਅਸੀਂ ਕੀਰਤਨ ਨਾਲ ਸ਼ਰਧਾਂਜਲੀ ਦਿੱਤੀ ਹੈ। ਵੀ ਦੱਸੋ ਵੀ ਕੀਰਤਨ ਇੰਨੀ ਉੱਚੀ ਸੁੱਚੀ ਬਾਣੀ ਹੈ, ਹੁਣ ਇਹਦੇ ਕਿਹੜੇ ਫੁੱਲ ਬਣਾ ਕੇ ਤੁਸੀਂ ਕਿਸੇ ਨੂੰ ਚੜ੍ਹਾ ਦਿਓਗੇ ਜੀ। ਜਿਹੜਾ ਮਗਰੋਂ ਬੋਲਦਾ ਉਹ ਵੀ ਕਹਿੰਦਾ ਰਾਗੀ ਸਿੰਘ ਕੀਰਤਨ ਨਾਲ ਸ਼ਰਧਾਂਜਲੀ ਭੇਟ ਕਰਕੇ ਗਏ ਨੇ। ਬੜੀਆਂ ਸੂਖਸ਼ਮ ਜੀਆਂ ਸ਼ਬਦਾਵਲੀਆਂ ਨੇ, ਇਹਨਾਂ ਵੱਲ ਧਿਆਨ ਦੇਣਾ ਚਾਹੀਦਾ। ਅੱਜ ਉਸ ਮਹਾਨ ਗੁਰੂ ਘਰ ਦੇ ਟਹਿਲੂਏ ਜਿਨ੍ਹਾਂ ਨੇ ਗੁਰੂ ਕੀ ਬਾਣੀ ਦਾ ਆਪਣੇ ਜੀਵਨ ਦੇ ਵਿੱਚ ਇਹ ਪ੍ਰੈਕਟੀਕਲ ਕੀਤਾ ਹੈ। ਜਥੇਦਾਰ ਬਾਬਾ ਹਰਬੰਸ ਸਿੰਘ ਜੀ, ਉਹਨਾਂ ਦੇ ਪ੍ਰਤੀ ਦੀਵਾਨ ਸਜਿਆ, ਹਰ ਸਾਲ ਸਜਦਾ ਹੈ। ਮੈਨੂੰ ਵੀ ਇਸ ਦਿਨ ਉਹਨਾਂ ਦੇ ਪ੍ਰਤੀ ਆਪਣੀ ਸ਼ਰਧਾ ਸਤਿਕਾਰ ਭੇਟਾ ਕਰਨ ਦਾ ਸਮਾਂ ਮਿਲਦਾ ਹੈ। ਮੈਂ ਕਾਰ ਸੇਵਾ ਵਾਲੇ ਸਾਰੇ ਮਹਾਂਪੁਰਖਾਂ ਦਾ ਸਤਿਕਾਰ ਕਰਦਾ ਕਿ ਉਹ ਮੈਨੂੰ ਇੰਨਾ ਕੁ ਹੱਕ ਦਿੰਦੇ ਨੇ, ਕਿਉਂਕਿ ਮੈਂ ਹਮੇਸ਼ਾ ਦੱਸਦਾ ਕਿ ਮੈਂ ਬੂਟਾ ਉਹਨਾਂ ਦਾ ਲਾਇਆ ਹੋਇਆ। ਮੈਂ ਤਾਂ ਆਪਣੇ ਘਰ ਬੈਠਾ ਸੀ, ਮੇਰਾ ਪਿੰਡ ਕੁਹਾੜਿਆਂ ਵਾਲੀ ਹੈ। ਸਾਡੇ ਪਿੰਡ ਵਿੱਚ ਕਾਰ ਸੇਵਾ ਦੀ ਗੱਡੀ ਆਉਂਦੀ ਹੈ ਕਿ ਆਨੰਦਪੁਰ ਸਾਹਿਬ ਦੇ ਕੋਲ ਜਿੰਦਵੜੀ, ਜਿੱਥੇ ਬਾਬਾ ਗੁਰਦਿੱਤਾ ਜੀ ਨੇ ਗਊ ਜਿਉਂਦੀ ਕੀਤੀ ਸੀ, ਉੱਥੋਂ ਦੀ ਸੇਵਾ ਚੱਲਦੀ ਹੈ ਤੇ ਭਾਈ ਚੱਲੋ। ਤੇ ਸਾਡੇ ਸ਼ਰੀਕੇ ਚੋਂ ਮੇਰੇ ਚਾਚਾ ਜੀ ਲੱਗਦੇ ਸੀ ਮਹਿਲ ਸਿੰਘ, ਤੇ ਉਹ ਬੋਲਦੇ ਬੜਾ ਸਿੱਧਾ ਸੀ, ਆ ਚੱਲੋ ਨਾ। ਮੰਮੀ ਤੁਰ ਪਿਆ। ਉੱਥੋਂ ਮੇਰੇ ਜੀਵਨ ਦਾ ਸਾਰਾ ਪਰਿਵਰਤਨ ਸ਼ੁਰੂ ਹੁੰਦਾ ਹੈ। ਆਨੰਦਪੁਰ ਸਾਹਿਬ ਰਹਿੰਦੇ ਸੀ, ਜਿੰਦਵੜੀ ਸਾਹਿਬ ਜਾ ਕੇ ਸੇਵਾ ਕਰਦੇ ਸੀ। ਉੱਥੋਂ ਹੀ ਮੈਨੂੰ ਉਸ ਵਿਦਿਆ ਮੰਦਿਰ ਦਾ ਪਤਾ ਲੱਗਿਆ, ਉਸ ਵਿਦਿਆਲੇ ਦਾ, ਜਿੱਥੋਂ ਮੈਂ ਧਰਮ ਦੀ, ਡਿਵਿਨਿਟੀ ਦੀ ਪੜ੍ਹਾਈ ਕੀਤੀ ਹੈ। ਉੱਥੋਂ ਜਥਾ ਆਇਆ ਸੀ, ਉਹਨਾਂ ਨੇ ਅੰਮ੍ਰਿਤ ਸੰਚਾਰ ਕੀਤਾ। ਉੱਥੇ ਉਹਨਾਂ ਨੇ ਕਥਾ ਵੀ ਕੀਤੀ, ਪ੍ਰਚਾਰ ਵੀ ਕੀਤਾ, ਕੀਰਤਨ ਵੀ ਕੀਤਾ। ਤਾਂ ਮੈਂ ਹਮੇਸ਼ਾ ਇਸ ਗੱਲ ਨੂੰ
ਆਪਣੇ ਜੀਵਨ ਦੇ ਵਿੱਚ ਵਸਾਇਆ ਹੋਇਆ ਹੈ ਕਿ ਅਗਰ ਮੇਰੇ ਇਸ ਜੀਵਨ ਦੀ ਸ਼ੁਰੂਆਤ ਹੁੰਦੀ ਹੈ ਤੇ ਉਹ ਬੂਟਾ ਇਹਨਾਂ ਮਹਾਂਪੁਰਖਾਂ ਨੇ ਲਾਇਆ ਹੈ। ਦੂਸਰੀ ਗੱਲ, ਬਾਬਾ ਜੀ ਰਹਿੰਦੇ ਬੰਗਲਾ ਸਾਹਿਬ ਸੀ, ਪਰ ਬਾਬਾ ਜੀ ਨੇ ਜਿੱਥੇ ਜਿੱਥੇ ਗੁਰੂ ਸਾਹਿਬ ਗਏ ਨੇ ਸਭ ਥਾਵਾਂ ਤੇ ਜਾ ਕੇ ਸੇਵਾਵਾਂ ਕੀਤੀਆਂ। ਮੈਂ ਸਵੇਰੇ ਇੱਕ ਸ਼ਬਦ ਬੋਲਿਆ ਸੀ ਕਿ ਏਡੀ ਵੱਡੀ ਸੇਵਾ ਜਿਹੜੀ ਬਾਬਾ ਹਰਬੰਸ ਸਿੰਘ ਜੀ ਦੇ ਹਿੱਸੇ ਆਈ ਹੈ, ਜਿੱਥੇ ਸੇਵਾ ਦੇ ਵਿੱਚ ਪਤਾ ਨਹੀਂ ਕਦੇ ਕੋਈ ਮੁੜ ਕੇ ਬਾਬਾ ਜੀ ਦਾ ਸਾਨੀ ਹੋ ਪਾਏਗਾ। ਮੈਂ ਤਾਂ ਨਹੀਂ ਕਹਿ ਸਕਦਾ ਕਿ ਪੰਥ ਵਿੱਚ ਕੋਈ ਦੂਜਾ ਬਾਬਾ ਹਰਬੰਸ ਸਿੰਘ ਨਹੀਂ ਹੋ ਸਕਦਾ। ਗੁਰੂ ਕਲਗੀਧਰ ਪਾਤਸ਼ਾਹ ਚਾਹੁਣ, ਗੁਰੂ ਹਰਕ੍ਰਿਸ਼ਨ ਮਹਾਰਾਜ ਪਾਤਸ਼ਾਹ ਚਾਹੁਣ ਤੇ ਉਹੋ ਜੀਆਂ ਰੂਹਾਂ, ਉਹੋ ਜੀਆਂ ਆਤਮਾਵਾਂ ਸਾਡੇ ਵਿੱਚ ਲੱਖਾਂ ਪੈਦਾ ਕਰ ਸਕਦੀਆਂ ਨੇ। ਪਰ ਇਹ ਉਹਨਾਂ ਦੀ ਕਰਾਮਾਤ ਵਰਤੇ ਤਾਂ ਜੇ ਆਪਾਂ ਕਹੀਏ ਕੋਈ ਆਦਮੀ, ਹਰ ਆਦਮੀ ਕਵੇ ਕਿ ਮੈਂ ਬਾਬਾ ਹਰਬੰਸ ਸਿੰਘ ਬਣਨਾ ਹੈ, ਤਾਂ ਇਹ ਸੰਭਵ ਨਹੀਂ ਹੋ ਸਕਦਾ। ਇਹ ਮੁਸ਼ਕਲ ਹੈ। ਰੱਬ ਚਾਵੇ ਤੇ ਕੀ ਨਹੀਂ ਹੋ ਸਕਦਾ, ਗੁਰੂ ਚਾਵੇ ਤੇ ਕੀ ਨਹੀਂ ਹੋ ਸਕਦਾ। ਜੇ ਸੇਵਾਵਾਂ ਦੀ ਗੱਲ ਕਰੀਏ ਤੇ ਬਾਬਾ ਹਰਬੰਸ ਸਿੰਘ ਦਾ ਅੱਜ ਵੀ ਕੋਈ ਬਦਲ ਨਹੀਂ ਹੈ, ਪਰ ਜੇ ਉਹਨਾਂ ਸੇਵਾਵਾਂ ਦਾ ਜ਼ਿਕਰ ਕਰਨਾ ਹੋਵੇ ਤੇ ਬਖਸ਼ੀ ਜੋਗਿੰਦਰ ਸਿੰਘ ਦਾ ਵੀ ਕੋਈ ਬਦਲ ਨਹੀਂ ਹੈਗਾ। ਜਿਸ ਕਦਰ ਉਹ ਬੋਲਦੇ ਸੀ, ਜਦੋਂ ਵੀ ਸੇਵਾਵਾਂ ਦੀ ਉਗਰਾਹੀ ਹੁੰਦੀ ਸੀ, ਮੈਂ ਆਪਣੀਆਂ ਅੱਖਾਂ ਨਾਲ ਤਾਬਿਆ ਬੈਠ ਕੇ ਵੇਖਿਆ, ਇੱਥੇ ਵੀ ਵੇਖਿਆ, ਸੀਸਗੰਜ ਸਾਹਿਬ ਵੀ ਵੇਖਿਆ ਕਿ ਮਾਵਾਂ ਭੈਣਾਂ ਕੰਨਾਂ ਦੀਆਂ ਵਾਲੀਆਂ ਲਾ ਲਾ ਕੇ ਰੱਖਦੀਆਂ ਹੁੰਦੀਆਂ ਸੀ। ਉਹਨਾਂ ਦੇ ਸ਼ਬਦਾਂ ਦੇ ਵਿੱਚ ਇੰਨਾ ਭਾਵ ਹੁੰਦਾ ਸੀ। ਮੈਂ ਬੇਨਤੀ ਕਰਾਂ, ਪ੍ਰਭ ਤੇ ਜਨ ਜਨੀਜੈ ਜਨ ਤੇ ਸੁਆਮੀ। ਪਰਮਾਤਮਾ ਕਿਹੋ ਜਿਹਾ ਹੈ? ਆਪ ਜੀ ਨੂੰ ਪਤਾ ਹੈ, ਸਤਿਗੁਰੂ ਦੀ ਬਾਣੀ ਦੀ ਇੱਕ ਪੰਕਤੀ ਹੈ ਕਿ ਸਫਲ ਜਨਮ ਹਰ ਜਨ ਕਾ ਉਪਜਿਆ, ਜਿਨ ਕੀਨੋ ਸੌਤ ਵਿਦਾਤਾ। ਸਾਡੇ ਚ ਦੋ ਸ਼ਬਦ ਨੇ, ਇੱਕ ਔਂਤਰਾ, ਇੱਕ ਸੌਂਤਰਾ। ਜਿਹਦੇ ਘਰ ਬੱਚਾ ਨਾ ਹੋਵੇ ਉਹਨੂੰ ਔਂਤਰਾ ਕਹਿੰਦੇ ਨੇ, ਤੇ ਜਿਹਦੇ ਘਰ ਬੱਚੇ ਹੋਣ ਉਹਨੂੰ ਸੌਂਤਰਾ ਕਹਿੰਦੇ ਨੇ। ਕਹਿੰਦੇ ਨੇ ਰੱਬ ਦੇ ਭਗਤਾਂ ਨੇ ਰੱਬ ਸੌਂਤਰਾ ਕੀਤਾ ਹੈ। ਅੱਜ ਵੀ ਤੁਸੀਂ ਵੇਖੋ, ਬੜਾ ਜ਼ੋਰ ਲੱਗਿਆ ਹੋਇਆ ਹੈ। ਤੁਸੀਂ ਧਰਮ ਦੀ ਦੁਨੀਆ ਤੋਂ ਥੋੜਾ ਜਿਹਾ ਬਾਹਰ ਜਾ ਕੇ ਵੇਖੋ, ਕਿਸ ਕਦਰ ਨਾਸਤਕ ਸੰਸਾਰ ਰੱਬ ਦੀ ਹੋਂਦ ਤੋਂ ਮੁਨਕਰ ਬੈਠਾ ਹੈ। ਪਰ ਇਹ ਸਭ ਤੋਂ ਪਹਿਲਾਂ ਭਗਤ ਪ੍ਰਹਿਲਾਦ ਨੇ ਸਾਬਤ ਕੀਤਾ। ਉਹਨੇ ਕਿਹਾ ਜਲੇ ਹਰੀ ਥਲੇ ਹਰੀ। ਉਹਦਾ ਬਾਪ ਕਹਿੰਦਾ ਸੀ ਨਹੀਂ, ਜਲੇ ਹਰਨਾਕਸ਼ ਥਲੇ ਹਰਨਾਕਸ਼। ਪਰ ਉਸ ਬੱਚੇ ਨੇ, ਮਾਂ ਨੇ ਵੀ ਕਿਹਾ ਕਿ ਪੁੱਤਰ ਤੂੰ ਰਾਮ ਕਹਿਣ ਕੀ ਛੋੜ ਬਾਣ। ਉਹਨੇ ਕਿਹਾ ਮੇਰੇ ਘਰ ਵਾਲਾ ਹੀ ਤੇ ਮੈਨੂੰ ਪਤਾ ਹੀ ਅੜੀਅਲ ਬਹੁਤ ਹੀ ਹੈ ਤੇਰਾ ਪਿਓ ਜਿਹੜਾ ਹੈ, ਤੇ ਪੁੱਤ ਤੂੰ ਕਿਉਂ ਨਹੀਂ ਰਾਮ ਕਹਿਣ ਦੀ ਗੱਲ ਛੱਡ ਦਿੰਦਾ। ਮੈਂ ਉਸ ਦਿਨ ਵੀ ਬੇਨਤੀ ਕੀਤੀ ਸੀ ਵੀ ਇੱਕ ਰਾਮਚੰਦਰ ਤ੍ਰੇਤੇ ਯੁੱਗ ਦੇ ਅਵਤਾਰ ਨੇ। ਕਿਸੇ ਹਿੰਦੂ ਵੀਰ ਨੂੰ ਵੀ ਗੁੱਸਾ ਨਹੀਂ ਕਰਨਾ ਚਾਹੀਦਾ ਵੀ ਇੱਕ ਰਾਮ ਉਹ ਹੈ ਜਿਨ੍ਹਾਂ ਦਾ ਸਿਮਰਨ ਭਗਤ ਪ੍ਰਹਿਲਾਦ ਵੀ ਕਰਦਾ ਸੀ। ਇਹਦਾ ਅਰਥ ਹੈ ਰੱਬ ਨੂੰ ਵੀ ਰਾਮ ਆਖਿਆ। ਜਦੋਂ ਅਸੀਂ ਰਾਮ ਕਹਿੰਦੇ ਆ ਤੇ ਰਾਮ ਕਹਿਣ ਮੈਂ ਭੇਦ ਹੈ, ਤੋ ਮੈਂ ਏਕ ਵਿਚਾਰ। ਉੱਥੇ ਯਾਦ ਰੱਖਣਾ ਕਿ ਇੱਕ ਰਾਮ
परमात्मा ਨੂੰ ਵੀ ਕਿਹਾ, ਇੱਕ ਰਾਮ ਤ੍ਰੇਤੇ ਯੁੱਗ ਦੇ ਅਵਤਾਰ ਨੂੰ ਵੀ ਕਿਹਾ। ਆਪਾਂ ਬਿਨਾਂ ਵਜ੍ਹਾ ਹੀ ਝਗੜਾ ਪਾ ਕੇ ਬਹਿ ਜਾਂਦੇ, ਲੋੜ ਹੀ ਨਹੀਂ ਝਗੜਾ ਕਰਨ ਦੀ। ਹੁਣ ਗੋਬਿੰਦ परमात्मा ਦਾ ਨਾਮ ਵੀ ਹੈ, ਗੋਬਿੰਦ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨਾਮ ਵੀ ਹੈ, ਪਰ ਫਰਕ ਇੰਨਾ ਹੈ ਕਿ ਜਦੋਂ ਰੱਬ ਦੀ ਗੱਲ ਕਰਨੀ ਇਹ ਚੇਤਾ ਰੱਖਣਾ ਉਹ ਅਜੂਨੀ ਹੈ। ਜਦੋਂ ਅਵਤਾਰਾਂ, ਪੈਗੰਬਰਾਂ, ਗੁਰੂਆਂ, ਨਬੀਆਂ, ਔਲੀਆਂ ਦੀ ਗੱਲ ਕਰਨੀ ਹੈ ਤਾਂ ਫਿਰ ਸਮਝ ਲੈਣਾ ਕਿ ਇਹ ਅਵਤਾਰੀ ਪੁਰਖ ਨੇ। ਇਹ ਸਮੇਂ-ਸਮੇਂ ਪਰਮੇਸ਼ਰ ਨੇ ਧਰਤੀ ਤੇ ਘੱਲੇ ਨੇ। ਸਮੇਂ-ਸਮੇਂ परमात्मा ने अपना सरगुण रूप बना के धरती ते साडे जीवां दे उद्धार वास्ते, साडे कल्याण वास्ते, साडी मुक्ति वास्ते, साडे भले वास्ते परमात्मा ने कई बारी ये बख्शिश कीती है। पर होया की होया, अहंग ब्रह्मअश्मी। जदों किसी ने कह दिता कि रब मैं ही हाँ, उथे झगड़ा पैदा हो गया। परमात्मा जिहड़ा है वो जूना विच नहीं आउंदा, वो जमदा नहीं, वो मरदा नहीं। जदों जपजी साहब का पाठ करते हो उदों ही समझ आउंदी है कि थापिया ना जाए, कीता ना होए, आपे आप निरंजन सोए। वो थापिया जा ही नहीं सकता, वो कीता हो ही नहीं सकता, वो सह भंग है, उसका कोई माता पिता नहीं है, कोई माँ कोई बाप रब नूं जन्म नहीं दे सकता। अवतारां नूं जन्म दिता है माँ ने और बाप ने, पिता ने। और उन्होंने लिए धन जनेंदी माओ कह के पिता धन, कुल धन, धन धन सो जननी, ये सारे सन्मान उन्होंने लिए सतगुरु ने बाणी विच भी दर्ज किए हैं। पर जदों इस दुनिया तो बाहर जाओगे फिर पता लगेगा कि जिहड़ा नास्तिक संसार है वो ना रब नूं मनदा है, ना रब दे बनाए इन्हां स्थानां नूं मनदा है, ना रब दे भेजे हुए अवतारां नूं मनदा है। और ये मत सोचना कि वह मुसलमानां नूं मनदा है ते सिखां नूं नहीं मनदा। ये बहुता संसार जिहड़ा सानूं किसे नूं भी नहीं मनदा। आपां इस गल दे लई सुचेत नहीं है। असीं ते एक दूजे नाल ही झगड़ी जाने आ ना कि तुहाडा धर्म वड्डा कि साडा धर्म वड्डा। जदों इस वलगण चों बाहर जाओगे फिर पता लगेगा भी वो तो सानू किसी नूं भी पल्ले नहीं बनते। वो तो कहते ने सब झूठ है। तो फिर उस वेले सफल जन्म हर जन का उपजिया, जिन कीनो सौत विदाता। उत्थे फिर ऐसे महापुरख धन 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 जन आया, जिस प्रसाद सब जगत तराया। जन आवन का यह सुवाओ, जन कै संग चित आवे नाओ। आप मुकत मुकत करे संसार, नानक तिस जन को सदा नमस्कार। भाई साहब भाई चमनजीत सिंह जी, बाबा हरबंस सिंह जी दे नमित इस समागम दे विच बार बार उन्होंने जदों शब्दों का गायन किया, उहदे विच बहुत सारे शब्द सी जिहदे विच संत पद की वरतों हुई। मैं सवेरे भी बेनती की सी कि मैं खुद गवाह हाँ, मैनूं किसी की गवाही की लोड़ नहीं है, क्योंकि मेरी शरधा सी बाबा जी के प्रति। तो जदों कदे मूँह तो निकल जाना संत बाबा हरबंस सिंह जी, तो जदों मिलना एको गल कहनी भी नहीं, ये नहीं कहना। फिर पूछना बाबा जी की बोली, ये कहना जथेदार बाबा हरबंस सिंह।
बड़ी खुशी हुंदी सी उन्हां नूं कि मैनूं जथेदार करके बोलिया जाए। तुसीं ट्रकां ते पढ़ लो, गोलकां ते पढ़ लो, जदों कार सेवा दे होल्डिंग लगदे सी उत्थे जथेदार बाबा हरबंस सिंह, अज भी महापुरखा सारियां दे नाल यही शब्द वरतिया जाता है, यही शब्द बोलिया जाता है। पहली गल। दूजी गल, देखो मैनू कई कहते हैं भी बाबा जी अरदास कीती, पर मैनू जिन्ना कुछ पता है, मैं ये नहीं कह सकता भी करते नहीं होणगे, पर मैनू इन्ना पता है भी जदों कोई कार सेवा डेरे ते जांदा सी ना, तो कहते सी जाओ भाई उत्थे जाके अरदास कराओ बंगला साहब, बाकी नाम जपिया करो। कोई माया लैके आउंदा सी, कहते सी टोकरी च पा दिओ। सानू कोई माया दवे ना, ते रसीद लैके लोग पढ़ते ने भी ठीक लिखिया है, पर बाबा जी नूं माया देण तो बाद, वो भी टोकरी च पाउण तो बाद, कदे किसी ने पिछे मुड़ के नहीं सी वेखिया। उन्होंने इस विश्वास नूं साडे विच कायम कीता कि जिहड़े रब दे प्यारे हुंदे ने भाई, वो संतोखी पुरख हुंदे ने, वो सच दे उपासक हुंदे ने। कदे कोई गलत आदमी कह दे कि बाबा जी ने मैनू सन्मानिया होएगा ना, और मैं आप ये गल वेखी है कि जिथे बाबा जी कदे कोई स्पीच नहीं सी दिंदे, जिन्हों आप कहिए भी आम धुआं धार लैक्चर, पर जो कुछ दुनिया च वापरदा सी बाबा जी नूं हर गल दा पता हुंदा सी। निक्की निक्की खबर भी उन्हां दे ध्यान गोचरी हुंदी सी। इनू कहते ने जिन पट अंदर बाहर गुदड़ ते भले संसार। अंदरों रेशम वर्गे ते बाहरों खदर वर्गे। खदर दे कपड़े पाउंदे सी, वेखण वाले नूं लगे भी बाबा जी नूं की पता इन्हां नूं की आउंदा है, इन्हां नूं की पता है, पर उन्हां नूं हर वापरदी घटना दा पता हुंदा सी। मैं हमेशा बेनती करदा, संत ते सियासतदान जिन्हों अगले 6 महीनों की अंतरजामता नहीं, सियासतदान की सियासत फेल है, तो संत का जिहड़ा संत पद है वो भी फेल है। आने वाले 6 महीने दियां घटन वालियां घटनावां इन्हां लोकां दे ध्यान च हुंदियां ने। एवें थोड़ा दोवां नूं लोग मत्था टेकदे ने। जिन्ने क लोग महापुरखों नूं मत्था टेकदे ने, इन्ने क राजनीतिकां नूं भी मत्था टेकदे जे, किसी भुलेखे च ना रहना। तो जे मेरी गल ते विश्वास नहीं तो जफरनामा पढ़ लेना। गुरु कलगीधर पातशाह ने जदों औरंगजेब नूं चिट्ठी लिखी, उत्थे इस गल नूं मन्निया कि ऐ औरंगजेब, जिस अल्लाह ने तैनू बादशाहत दिती है, ये तो सानू मनना चाहिए है ना कि 50 साल धरती ते राज कर गया तो बिना ही अल्लाह की मर्जी तो कर गया। 50 साल राज किया औरंगजेब ने, किसी फोड़े फिंडसी नाल नहीं मरिया। वो ये मन्निया सी गुरु जी ने कि जिस अल्लाह ने तैनू बादशाहत दिती है, उसे रब ने सानू दरवेशी फकीरी दिती है। ਇਹਦਾ अर्थ है सी भी रब तेरा भी वही है, रब साडा भी वही है। हुण साडी धार्मिक लोगों की सब तो पहली गलती की हुई, असी सोचते हैं भी चंगे बंदियां दा रब हो रहा है तो माड़ियां दा हो रहा है। नहीं भाई, एक नूर ते सब जग उपजिया, कौन भले को मंदे। इको ही रब है। माटी एक अनेक भांत कर साजी साजन हारे, इको ही मिट्टी है।
ਇੱਕੋ ਮਿੱਟੀ ਤੋਂ ਇਹ ਸਾਰੇ ਭਾਂਡੇ ਬਣੇ ਨੇ। ਜਦੋਂ ਭਗਤਾਂ ਨੇ ਵਰਨ ਵੰਡ ਦੇ ਵਿਰੁੱਧ, ਜਾਤ ਪਾਤ ਦੇ ਵਿਰੁੱਧ ਆਵਾਜ਼ ਕੀਤੀ, ਕੀ ਕਿਹਾ? ਉਦੋਂ ਸਭ ਤੋਂ ਵੱਧ ਨਫ਼ਰਤ ਕਰਨ ਵਾਲੇ ਬ੍ਰਾਹਮਣ ਨੂੰ ਕਿਹਾ, ਆਖਿਆ ਜੋ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਣ ਬਾਟ ਕਾਹੇ ਨਹੀਂ ਆਇਆ। ਫਿਰ ਤੂੰ ਸਾਡੇ ਵਾਂਗੂ ਕਿਉਂ ਜੰਮਿਆ ਬਈ? ਤੈਨੂੰ ਤਾਂ ਸਿੱਧਾ ਉੱਤੋਂ ਡਿੱਗਣਾ ਚਾਹੀਦਾ ਸੀ ਜਿਵੇਂ ਮੀਂਹ ਪੈਂਦਾ ਹੈ। ਤੁਮ ਕਤ ਬ੍ਰਾਹਮਣ ਹਮ ਕਤ ਸ਼ੂਦ, ਹਮ ਕਤ ਲਹੂ ਤੁਮ ਕਤ ਦੂਧ। ਤੇਰੀਆਂ ਨਾੜਾਂ 'ਚ ਦੁੱਧ ਚੱਲਦਾ ਜਿਹੜਾ ਸਾਡੀਆਂ ਨਾੜਾਂ 'ਚ ਲਹੂ ਚੱਲਦਾ, ਤਾਂ ਅਸੀਂ ਸ਼ੂਦਰ ਆ। ਖਾਲਸਾ ਜੀ, ਧਰਮ ਇੱਦਾਂ ਨਹੀਂ ਹੈ। ਸਾਡੀ ਗਲਤੀ ਇੱਥੇ ਹੋਈ ਹੈ। ਜਿਸ ਧਰਮ ਦੇ ਵਿੱਚ ਜਾਤ ਪਾਤ ਨਹੀਂ ਸੀ, ਅੱਜ ਉਸ ਧਰਮ ਦੇ ਵਿੱਚ ਪਿੰਡਾਂ 'ਚ ਗੁਰਦੁਆਰੇ ਜਾਤ ਪਾਤ ਤੇ ਬਣ ਗਏ। ਤੁਸੀਂ ਕੀ ਸੋਚਦੇ ਵੀ ਇਹ ਗੁਰਦੁਆਰੇ ਢਹਿ ਜਾਣਗੇ? ਇਹ ਕੋਈ ਨਹੀਂ ਜੇ ਢਹਿਣੇ। ਮਰਜ बढ़ता गया जूं जूं दुआ करते। ਇਦਾਂ ਦੇ ਕੋੜ ਪਾਲਣ ਵਾਲਿਓ, ਮੈਂ ਤੇ ਇੱਕ ਦਿਨ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਜਦੋਂ ਬਿਮਾਰ ਹੋ ਕੇ ਡਾਕਟਰ ਕੋਲ ਜਾਂਦੇ ਹੋ, ਪਤਾ ਉੱਥੇ ਕੀ ਕਹਿੰਦੇ ਹੋ? ਡਾਕਟਰ ਸਾਹਿਬ ਮੈਨੂੰ ਬਚਾ ਲਓ। ਨਹੀਂ, ਪਹਿਲਾਂ ਪੁੱਛੋ ਵੀ ਡਾਕਟਰ ਸਾਹਿਬ ਤੁਸੀਂ ਸ਼ੂਦਰ ਤਾਂ ਨਹੀਂ? ਜਦੋਂ ਥਾਣੇ ਫੜ ਕੇ ਕੋਈ ਲੈ ਜਾਂਦਾ ਹੈ, ਉੱਥੇ ਜਾ ਕੇ ਕਹਿਣਗੇ ਸਰਦਾਰ ਜੀ ਮੈਨੂੰ ਮਾਫ ਕਰ ਦਿਓ, ਸਾਹਿਬ ਮੈਨੂੰ ਮਾਫ ਕਰ ਦਿਓ। ਨਹੀਂ, ਉਦੋਂ ਪਹਿਲਾਂ ਪੁੱਛੋ ਨਾ ਵੀ ਤੂੰ ਸ਼ੂਦਰ ਤਾਂ ਨਹੀਂ? ਜਦੋਂ ਜੱਜ ਦੇ ਕੋਲ ਪੇਸ਼ ਹੁੰਦੇ ਹੋ, ਉੱਥੇ ਕਹਿੰਦੇ ਜੱਜ ਸਾਹਿਬ ਮੈਨੂੰ ਮਾਫ ਕਰ ਦਿਓ। ਨਹੀਂ, ਪਹਿਲਾਂ ਪੁੱਛੋ ਜੱਜ ਦੀ ਜਾਤ ਕਿਹੜੀ ਹੈ? ਪਰ ਰੱਬ ਦਾ ਘਰ ਹੈ ਜਿੱਥੇ ਅਸੀਂ ਆ ਕੇ ਜਾਤ ਵੀ ਪੁੱਛਦੇ ਹਾਂ। ਇਹ ਗੁਰਦੁਆਰਾ ਕਿਹਨਾਂ ਦਾ ਹੈ? ਆਪਾਂ ਨੂੰ ਇਹਨਾਂ ਤੋਂ ਬਾਹਰ ਨਿਕਲਣਾ ਪਏਗਾ। ਮੈਂ ਆਪਣੇ ਸ਼ਬਦਾਂ ਨੂੰ ਵਿਰਾਮ ਦਿਆਂ। ਮੈਂ ਫਿਰ ਬੇਨਤੀ ਕਰਨੀ ਚਾਹੁੰਦਾ, ਮੈਂ ਅੰਮ੍ਰਿਤ ਛਕਣ ਤੋਂ ਬਾਅਦ 19 ਅਪ੍ਰੈਲ 1984 ਤੋਂ ਬਾਅਦ ਮੈਂ ਦੋ ਸ਼ਖਸੀਅਤਾਂ ਦੇ ਚਰਨਾਂ ਤੇ ਪੈਰਾਂ ਤੇ ਮੱਥਾ ਟੇਕਿਆ। ਇੱਕ ਮੇਰੀ ਮਾਂ ਸੀ, ਇੱਕ ਬਾਬਾ ਹਰਬੰਸ ਸਿੰਘ ਸੀ। ਇੱਕੋ ਹੀ ਗੱਲ। ਮੈਨੂੰ ਕਿਸੇ ਨੇ, ਉਦੋਂ ਮੇਰੀ ਸੇਵਾ ਸੀ ਨਾਨਕ ਪਿਓ ਸਾਹਿਬ, ਕਿਸੇ ਨੇ ਆ ਕੇ ਕਿਹਾ ਬਾਬਾ ਜੀ ਆਏ ਨੇ ਪਿਛਲੇ ਸਮੇਂ 'ਚ ਨਾ, ਬਹੁਤ ਵਾਰੀ ਉਹਨਾਂ ਨੂੰ ਬਤਰਾ ਹਸਪੀਟਲ ਦਾਖਲ ਹੋਣਾ ਪਿਆ। ਇੱਕ ਵਾਰੀ ਦੀ ਗੱਲ ਹੈ,